ਡੰਡੋਤ ਕਰਦੇ ਆ ਕੇ ਪੈ ਜਾਣ। ਇਹੋ ਜਿਹੇ ਬੁੱਗ ਆਦਮੀ ਮੈਂ ਕਦੇ ਦੇਖਣੇ ਤਾਂ ਹੈ ਨਹੀਂ। ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਉਹਨਾਂ ਦੇ ਮਜ਼ਹਬ ਦੀ ਇੱਜ਼ਤ ਨਹੀਂ ਹੁੰਦੀ। ਮੋਰਚਾ ਲਾਇਆ ਸੀ ਕਿ ਸਾਨੂੰ ਇਨਸਾਫ ਮਿਲੇ। ਉੱਥੇ ਜਿਹੜੇ ਵਜ਼ੀਰ ਆਏ ਸੀਗੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਇਨਸਾਫ ਜਲਦੀ ਦੇ ਦਾਂਗੇ ਅਤੇ ਸੈਣੀ ਅਤੇ ਬਾਦਲ ਸਾਹਿਬ ਅਤੇ ਸੁਖਬੀਰ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਦੀ ਗ੍ਰਿਫਤਾਰੀ ਹੋ ਜੂਗੀ। ਪਰ ਸਾਨੂੰ ਬੜੀ ਸ਼ਰਮਿੰਦਗੀ ਉਠਾਉਣੀ ਪਈ ਜਦੋਂ ਕੋਈ ਫੈਸਲਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਨਹੀਂ ਕੀਤਾ, ਜਦ ਕਿ ਸਾਨੂੰ ਵਿਸ਼ਵਾਸ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਫੌਜ ਦੇ ਵਿੱਚ ਰਹੇ ਹੈ, ਇੱਕ ਮਹਾਰਾਜਾ ਸਾਹਿਬ ਹੈ ਅਤੇ ਆਪਣੇ ਬਚਨਾਂ ਦੇ ਪੂਰੇ ਹੋਣਗੇ। ਕਿਉਂ ਕਰਕੇ ਉਸ ਤੋਂ ਪਹਿਲਾਂ ਇਹਨਾਂ ਨੇ ਗੁਟਕਾ ਸਾਹਿਬ ਚੱਕ ਕੇ ਸਹੁੰ ਚੱਕੀ ਸੀ ਕਿ ਮੈਂ ਆਪਣੀ ਸਰਕਾਰ ਬਣਾਉਣ 'ਤੇ ਫੌਰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੂੰਗਾ। ਪਰ ਹੁਣ ਵਜ਼ਾਰਤ ਜਾਣ ਵਾਲੀ ਹੈ, ਅਜੇ ਵੀ ਨਹੀਂ ਕੋਈ ਵੀ ਗ੍ਰਿਫਤਾਰੀ ਹੋਈ ਔਰ ਸਾਨੂੰ 34 ਦਿਨ ਹੋਰ ਹੋ ਗਏ ਹੈ ਅਤੇ ਪਰਸੋਂ ਅਸੀਂ ਤੁਹਾਨੂੰ ਸਾਰਿਆਂ ਨੂੰ, ਸਿੱਖ ਲੇਬਾਂ ਨੂੰ, ਸੰਤਾਂ ਮਹਾਤਮਾ ਫੈਡਰੇਸ਼ਨਾਂ ਨੂੰ, ਸਾਰਿਆਂ ਨੂੰ ਸੱਦਾ ਭੇਜਦੇ ਹਾਂ ਕਿ ਬਰਗਾੜੀ ਤੁਸੀਂ 8 ਤਰੀਕ ਨੂੰ ਜ਼ਰੂਰ ਪਹੁੰਚੋ, ਜਿਹਦੇ ਨਾਲ ਅਸੀਂ ਦਿਖਾ ਸਕੀਏ ਕਿ ਜਮਹੂਰਤ ਪਸੰਦ ਤਰੀਕੇ ਦੇ ਨਾਲ ਸਾਡੀ ਸਿੱਖ ਕੌਮ ਦੇ ਵਿੱਚ ਅਜੇ ਵੀ ਜ਼ੋਰ ਹੈ ਕਿ ਆਪਣਾ ਅਸੀਂ ਮਸਲਾ ਇਮਾਨਦਾਰੀ ਅਤੇ ਅਮਨ ਪਸੰਦ ਤਰੀਕੇ ਦੇ ਨਾਲ ਕਰਾ ਸਕੀਏ। ਦੂਸਰੇ ਪਾਸੇ ਹਿੰਦੂ ਦਾ ਰਾਜ ਹੈਗਾ, ਹਿੰਦੂ ਦੀ ਹਕੂਮਤ ਹੈ। ਪਰਸੋਂ ਪਾਕਿਸਤਾਨ ਦੇ ਨਾਰਥ ਦੇ ਵਿੱਚ ਇੱਕ ਬਹੁਤ ਸੰਗੀਨ, ਰਹੀਮ ਯਾਰ ਖਾਨ ਦੇ ਵਿੱਚ ਬਹੁਤ ਸੰਗੀਨ ਇੰਸੀਡੈਂਟ ਹੋਇਆ ਜਿੱਥੇ ਭੀੜ ਨੇ ਗਣੇਸ਼ ਜੀ ਦਾ ਮੰਦਰ ਤੋੜਤਾ, ਫੂਕਤਾ ਔਰ ਜਿਹੜੀਆਂ ਉਹਦੇ ਵਿੱਚ ਮੂਰਤੀਆਂ ਸੀ ਉਹ ਵੀ ਤੋੜਤੀਆਂ। ਹੁਣ ਤੁਸੀਂ ਸਾਰੇ ਜਾਣਦੇ ਹੋ, ਜੇ ਸਾਡੇ ਹਿੰਦੂ ਭਰਾ ਦੇ ਕੋਲੇ ਸਟੇਟ ਹੈਗੀ ਹੈ, ਰਾਜ ਹੈਗਾ, ਤਾਂ ਜਿਹੜੀ ਵਿਦੇਸ਼ੀ ਵਜ਼ਾਰਤ ਹੈ ਇੰਡੀਆ ਦੀ, ਫੋਰਨ ਆਫਿਸ, ਉਸ ਨੇ ਪਾਕਿਸਤਾਨ ਦਾ ਹਾਈ ਕਮਿਸ਼ਨਰ ਸਫੀਰ ਆਪਣੀ ਫੋਰਨ ਮਿਨਿਸਟਰੀ ਦੇ ਵਿੱਚ ਬੁਲਾਇਆ ਅਤੇ ਉਹਨਾਂ ਨੇ ਕਿਹਾ ਕਿ ਇੰਡੀਆ ਨੇ ਪਾਕਿਸਤਾਨ ਦੇ ਸਫੀਰ ਨੂੰ ਕਿ ਪਾਕਿਸਤਾਨ ਦੇ ਵਿੱਚ ਮਜ਼ਹਬ ਦੀ ਆਜ਼ਾਦੀ ਨਹੀਂ ਹੈ, ਕਿ ਪਾਕਿਸਤਾਨ ਦੇ ਵਿੱਚ ਰਿਲੀਜੀਅਸ ਫਰੀਡਮ ਨਹੀਂ ਹੈ। ਹੁਣ ਜੇ ਮੁਸਲਮਾਨ ਕੋਲੇ ਤਾਕਤ ਹੈਗੀ ਹੈ ਪਾਕਿਸਤਾਨ ਦੇ ਵਿੱਚ, ਜੇ ਹਿੰਦੂ ਦੇ ਵਿੱਚ ਤਾਕਤ ਹੈਗੀ ਹੈ ਇੰਡੀਆ ਦੇ ਵਿੱਚ, ਤਾਂ ਆਪਾਂ ਸਫੀਰਾਂ ਨੂੰ ਬੁਲਾ ਕੇ ਝਾੜ ਸਕਦੇ ਹੈਗੇ ਆ। ਜਿਵੇਂ ਆ ਨਵਾਂ ਵਾਕਿਆ ਤੇ ਦੁਰਘਟਨਾ ਹਿੰਦੂ ਧਰਮ ਦੇ ਨਾਲ ਪਾਕਿਸਤਾਨ ਦੇ ਵਿੱਚ ਹੋਈ ਹੈ, ਪਰ 2015 ਤੋਂ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਮਹਾਰਾਜ ਨੂੰ ਨਾਲੀਆਂ ਦੇ ਵਿੱਚ ਸਿੱਟਿਆ ਗਿਆ ਹੈ। ਮਹਾਰਾਜ ਦੇ ਸਿੱਖ ਮਾਰ ਦਿੱਤੇ ਗਏ ਹੈ। ਕੋਟਕਪੂਰੇ ਦੇ ਵਿੱਚ ਸਿੱਖਾਂ ਦੇ ਉੱਤੇ ਫਾਇਰਿੰਗ ਕਰਤੀ ਹੈ। ਪਰ ਅਜੇ ਤੱਕ ਜੇ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਜਦੋਜਹਿਦ ਕਰ ਰਹੇ ਹਾਂ, ਦੋ ਵਜ਼ੀਰ ਜਿਹੜੇ ਬਾਜਵਾ ਸਾਹਿਬ ਅਤੇ ਰੰਧਾਵਾ ਸਾਹਿਬ ਸਾਨੂੰ ਵਾਅਦਾ ਕਰਨ ਆਏ ਸੀਗੇ 10 ਤਰੀਕ ਨੂੰ, ਦਸੰਬਰ ਦੀ ਨੂੰ,
कि तुसी मोर्चा चक लो तो असी एकदम ये लोगों को गिरफ्तार कर देंगे। हुण ਉਹੀ वजीर स्टेटमेंटां दे रहे हैं कि साडा ਇਹਦੇ ਵਿੱਚ कसूर कोई नहीं। ਸਾਨੂੰ ਤਾਂ चीफ मिनिस्टर ने ਕਿਹਾ ਸੀਗਾ कि ਤੁਸੀਂ ਜਾ ਕੇ ਉਹ ਸਿੱਖਾਂ ਦੇ ਨਾਲ ਵਾਅਦਾ ਕਰ ਦਿਓ ਕਿ ਅਸੀਂ ਜਲਦੀ ਜਲਦੀ ਗ੍ਰਿਫਤਾਰ ਕਰ ਦਾਂਗੇ। ਹੁਣ ਜੇ ਵਜ਼ੀਰ ਤੇ MLA ਜਿਹੜੇ ਗੁਰੂ ਮਹਾਰਾਜ ਸਾਹਿਬ ਦੀ ਹਾਜ਼ਰੀ ਦੇ ਵਿੱਚ, ਸੰਗਤ ਦੀ ਹਾਜ਼ਰੀ ਦੇ ਵਿੱਚ ਵਾਅਦਾ ਕਰਕੇ ਗਏ ਹੈ ਤੇ ਉਹ ਸਮਝਦੇ ਹੈ ਕਿ ਅਸੀਂ ਹੁਣ ਝੂਠੇ ਪੈ ਗਏ ਹਾਂ, ਉਹਨਾਂ ਦੀ ਜ਼ਮੀਰ ਦੁਖਦੀ ਹੈ, ਤਕਲੀਫ ਹੁੰਦਾ ਹੈ ਕਿ ਕੱਲ੍ਹ ਨੂੰ ਅਸੀਂ ਵੀ ਰੱਬ ਕੋਲੇ ਜਾਣਾ ਹੈ, ਅਸੀਂ ਲੋਕਾਂ ਕੋਲੇ ਜਾਣਾ ਹੈ ਤੇ ਲੋਕ ਸਾਨੂੰ ਪੁੱਛਣਗੇ ਤੁਸੀਂ ਤਾਂ ਵਾਅਦਾ ਕਰਕੇ ਆਏ ਹੋ ਉੱਥੇ। ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਹਿੰਦੂ ਦੇ ਕੋਲੇ ਤਾਕਤ ਹੈ, ਉਸ ਨੇ ਦਰਬਾਰ ਸਾਹਿਬ ਦੇ ਉੱਤੇ 3 ਮੁਲਕਾਂ ਦੀਆਂ ਫੌਜਾਂ ਨਾਲ 1984 ਦੇ ਵਿੱਚ ਹਮਲਾ ਕਰਤਾ। ਦਰਬਾਰ ਸਾਹਿਬ ਜਿਹੜਾ ਸਭ ਤੋਂ ਉੱਚਾ ਸਥਾਨ ਹੈ ਸਿੱਖ ਕੌਮ ਦਾ, ਅਤੇ ਅਕਾਲ ਤਖਤ ਸਾਹਿਬ ਨੂੰ ਬਿਲਕੁਲ ਥੱਲੇ ਮਿੱਟੀ 'ਚ ਮਿਲਾਤਾ, ਜਿਹੜਾ ਮਿੱਟੀ ਦੇ ਵਿੱਚ ਮਿਲ ਤਾਂ ਨਹੀਂ ਸਕਦੇ ਹੈਗੇ, ਪਰ ਕੋਸ਼ਿਸ਼ ਸੀਗੀ ਕਿ ਅਕਾਲ ਤਖਤ ਸਾਹਿਬ ਨੂੰ ਵੀ ਨਸ਼ਟ ਕਰ ਦਈਏ। ਸਾਡੀ ਜਿਹੜੀ ਨਵੀਂ ਲੀਡਰਸ਼ਿਪ ਜਵਾਨ ਸੰਤ ਜਰਨੈਲ ਸਿੰਘ ਦੇ ਤਹਿਤ ਉੱਭਰ ਰਹੀ ਸੀ, ਉਸ ਨੂੰ ਵੀ ਕਤਲ ਕਰਤਾ। ਜਿਹੜੇ ਉੱਥੇ ਲੋਕੀ ਆਏ ਸੀਗੇ ਕੋਈ 20,000 25,000 ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਵਸ 'ਤੇ, ਉਹਨਾਂ ਨੂੰ ਵੀ ਕਤਲ ਕਰਤਾ। ਸਾਨੂੰ ਅੱਜ ਕੋਈ ਪਤਾ ਨਹੀਂ ਕਿ ਸੰਤਾਂ ਦਾ, ਜਨਰਲ ਸ਼ਬੇਗ ਸਿੰਘ ਦਾ, ਹੋਰਾਂ ਦਾ, ਅਮਰੀਕ ਸਿੰਘ ਦਾ ਸੰਸਕਾਰ ਕਿੱਥੇ ਹੋਇਆ ਹੈ, ਉਹਨਾਂ ਦਾ ਫੁੱਲ ਕਿੱਥੇ ਸਿੱਟੇ ਗਏ ਆ, ਕੋਈ ਪਤਾ ਨਹੀਂ ਹੈ। ਕਿਉਂ ਕਰਕੇ ਅਸੀਂ ਗੁਲਾਮ ਹੈ। ਹੁਣ ਤੁਹਾਨੂੰ ਮੰਨਣਾ ਪਊਗਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਕੌਮ ਗੁਲਾਮ ਹੈ, ਕਿ ਜੇ ਇੱਕਦਮ ਪਾਕਿਸਤਾਨ ਦਾ ਸਫੀਰ ਵਿਦੇਸ਼ੀ ਮਾਮਲਿਆਂ ਦੀ ਵਜ਼ਾਰਤ ਨੇ ਆਪਣੇ ਦਫ਼ਤਰ ਦੇ ਵਿੱਚ ਦਿੱਲੀ ਬੁਲਾ ਲਿਆ ਹੈ ਕਿ ਤੁਸੀਂ ਗਣੇਸ਼ ਜੀ, ਬਹੁਤ ਮਾੜੀ ਗੱਲ ਕੀਤੀ ਹੈ ਗਣੇਸ਼ ਜੀ ਦਾ ਮੰਦਰ ਤੋੜਨਾ, ਪਰ ਮੇਰਾ ਮਤਲਬ ਦੂਜੇ ਪਾਸੇ ਵੀ ਫਿਰ 1992 ਦੇ ਵਿੱਚ ਕੱਟੜਵਾਦੀ ਹਿੰਦੂਆਂ ਨੇ, BJP, RSS ਅਤੇ ਕਾਂਗਰਸ ਨੇ ਮੁਸਲਮਾਨਾਂ ਦੀ ਬੱਬਰੀ ਮਸਜਿਦ ਬਿਲਕੁਲ ਉਸ ਨੂੰ ਤੋੜ ਫੋੜ ਕਰਤਾ, ਜ਼ਮੀਨ ਦੇ ਨਾਲ ਰਲਾਤੀ। ਉਸ ਵੇਲੇ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਨਰਸਿਮਹਾ ਰਾਓ ਸੀ, ਉਸ ਨੇ ਵੀ ਦੇਖਿਆ ਕਿ ਸਾਨੂੰ ਬਹੁਤ ਫਾਇਦਾ ਹੋਊਗਾ ਕਾਂਗਰਸ ਨੂੰ ਵੀ ਜੇ ਇਹ ਮਸਜਿਦ ਟੁੱਟ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਜਿਹੜਾ ਪ੍ਰਾਈਮ ਮਿਨਿਸਟਰ ਐਕਸ਼ਨ ਲੈ ਸਕਦਾ ਸੀਗਾ ਕਿ ਬੱਬਰੀ ਮਸਜਿਦ ਨੂੰ ਨਾ ਬਰਬਾਦ ਕੀਤਾ ਜਾਵੇ, ਉਹ ਵੀ ਨਹੀਂ ਬੋਲਿਆ, ਸਿੱਧੇ ਰਾਹ ਖੋਲ੍ਹਤੇ ਕਿ ਤੁਸੀਂ ਬੱਬਰੀ ਮਸਜਿਦ। ਉਸ ਤੋਂ ਬਾਅਦ BJP, RSS ਦੀ ਮੌਜੂਦਾ ਵਜ਼ਾਰਤ ਨੇ ਚੀਫ ਜਸਟਿਸ ਗੋਗੋਈ ਨੂੰ ਲਾਲਚ ਦੇ ਕੇ ਆਪਣੇ ਹੱਕ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਕਰਾ ਲਿਆ ਕਿ ਬੱਬਰੀ ਮਸਜਿਦ ਹੈ, ਇਹ ਪਹਿਲਾਂ ਹਿੰਦੂਆਂ ਦਾ ਮੰਦਰ ਹੈ, ਜਦ ਕਿ ਆਰਕੀਓਲੋਜੀਕਲ ਡਿਪਾਰਟਮੈਂਟ ਨੇ ਕਿਹਾ ਕਿ ਅਸੀਂ ਥੱਲੇ ਤੱਕ ਖੋਦ ਕੀਤੀ ਹੈ, ਸਾਨੂੰ ਹਿੰਦੂ ਦਾ ਮੰਦਰ ਉੱਥੇ ਨਹੀਂ ਲੱਭਿਆ। ਉਸ ਦੇ ਬਾਵਜੂਦ ਗੋਗੋਈ ਸਾਹਿਬ ਨੇ ਫੈਸਲਾ ਕਰਤਾ, ਫੁੱਲ ਬੈਂਚ ਨੇ, ਕਿ ਇਹ ਤਾਂ ਹਿੰਦੂਆਂ ਦਾ ਮੰਦਰ ਸੀ। ਉਹਦੀ ਉਸਾਰੀ ਸ਼ੁਰੂ ਹੋ ਗਈ, ਉਹਦਾ ਨੀਂਹ ਪੱਥਰ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਆਪ ਰੱਖ ਕੇ ਗਏ, ਜਦ ਕਿ ਕੌਨਸਟੀਟਿਊਸ਼ਨ ਦੇ ਮੁਤਾਬਕ ਇਹ ਸੈਕੂਲਰ ਨਿਰਪੱਖਤਾ ਦੇ ਨਾਲ ਸਰਕਾਰ ਹੈ। ਮੋਦੀ ਸਾਹਿਬ ਐਜ਼ ਪ੍ਰਾਈਮ ਮਿਨਿਸਟਰ ਕਿਸੇ ਮੰਦਰ ਦਾ ਨੀਂਹ ਪੱਥਰ ਜਾਂ ਉਦਘਾਟਨ ਨਹੀਂ ਕਰ ਸਕਦੇ ਹੈਗੇ। ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਹੈਗਾ ਕਿ ਕੌਣ ਹੈ ਜਿਹੜਾ ਇਹ ਚੀਜ਼ਾਂ ਕਰ ਰਿਹਾ ਹੈ। 2001 ਦੇ ਵਿੱਚ ਤੁਹਾਨੂੰ ਪਤਾ ਹੈ ਤਾਲਿਬਾਨ ਨੇ ਅਫਗਾਨਿਸਤਾਨ ਦੇ ਵਿੱਚ, ਬੋਮਾਈ ਦੇ ਵਿੱਚ ਪੁਰਾਤਨ
बुद्ध धर्म के बुत सारे तोड़ते सीगे तालिबान ने। हुण मैं पुछदा तुहानूं सारा कुछ दस के कि साडे सिखां नाल मुसलमानां नाल इत्थे की होया, हिंदुत्व ने, बीजेपी RSS ने, कांग्रेस ने की कीता है। हुण तुसीं आप अपने हिरदे नाल फैसला करो कि तालिबान ते हिंदुत्व ते RSS ते बीजेपी ते कांग्रेस दे विच फर्क की है। जे तालिबान राक्षस प्रकृति दे काम करदा है तो फिर इत्थे हिंदुत्व के लीडर नहीं कर रहे। सो सानू ये सारी चीज़ दे फिक्र है कि साडे सिखां दा होऊगा की। साडा चीफ मिनिस्टर है जिहदे कोले पावर ही नहीं है, वो गुटका साहब चक के प्रॉमिस करता है, वायदा करता है कि मैं इन्हों फड़ लूँगा। हुण साडी हाई कोर्ट है, सुप्रीम कोर्ट है, ਜਿਹੜੇ ਬੰਦੇ ਨੇ ਹਜ਼ਾਰਾਂ ਸਿੱਖ ਮਾਰਤੇ ਹੋਣ, ਤਸੀਹੇ ਦਿੱਤੇ ਹੋਣ, ਜੱਜਾਂ ਨੂੰ ਧਮਕੀਆਂ ਦਿੱਤੀਆਂ ਹੋਣ, ਸਮੇਤ ਸੈਣੀ ਉਸ ਨੂੰ ਰਾਹਤ ਦੇਤੀ ਹੈ ਕਿ 7 ਦਿਨ ਪੁਲਿਸ ਉਸ ਨੂੰ ਨੋਟਿਸ ਦਊਗੀ ਕਿ ਉਹ ਆਪਣੀ ਤਿਆਰੀ ਕਰ ਲੇ, ਸੁਪਰੀਮ ਕੋਰਟ ਕੋਲੇ ਚਲੇ ਜਾਏ, ਇੱਧਰ ਉੱਧਰ ਚਲਿਆ ਜਾਏ, ਭੱਜ ਜਾਏ, ਅਮੋਲਤ ਦਊਗੀ, ਫਿਰ ਉਹਨੂੰ ਫੜਨਾ। ਹੁਣ ਸੈਣੀ ਸਾਹਿਬ ਕਿਸੇ ਸਿੱਖ ਨੂੰ ਮੋਹਲਤ ਦਿੰਦੇ ਸੀ ਜਦੋਂ ਉਸ ਨੂੰ ਮਾਰਦੇ ਸੀ, ਉਸ ਨੂੰ ਟੌਰਚਰ ਕਰਦੇ ਸੀਗੇ। ਸੁਪਰੀਮ ਕੋਰਟ ਦਾ ਆਪਣਾ ਹੁਕਮ ਹੈ ਕਿ ਫਾਂਸੀ ਦੀ ਸਜ਼ਾ ਸਿਰਫ ਰੇਅਰੈਸਟ ਆਫ ਰੇਅਰੈਸਟ ਕ੍ਰਾਈਮ ਦੇ ਵਿੱਚ ਦਿੱਤੀ ਜਾਊਗੀ। ਰੇਅਰੈਸਟ ਦਾ ਮਤਲਬ ਹੈ ਕਿ ਜਿਹੜਾ ਬਹੁਤ ਸੰਗੀਨ ਜੁਰਮ ਹੋਊਗਾ, ਜਿਹਦੇ ਨਾਲ ਤੁਸੀਂ ਕਿਸੇ ਨੂੰ ਤਸੀਹੇ ਦੇ ਕੇ ਮਾਰੋਗੇ, ਉਹਦੇ 'ਚ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਹੁਣ ਫਿਰ ਹਾਈ ਕੋਰਟ ਨੇ ਇਹ ਨਹੀਂ ਦੇਖਿਆ ਕਿ ਇਹ ਰੇਅਰੈਸਟ ਆਫ ਰੇਅਰੈਸਟ ਕੇਸ ਹੈ ਜਿੱਥੇ ਸੈਣੀ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਅਤੇ ਉਸ ਨੂੰ 7 ਦਿਨ ਦੀ ਅਮੋਲਤ ਦੇਤੀ ਹੈ। ਸਾਡੇ ਸਿੱਖਾਂ ਦੇ ਪੱਲੇ ਇੱਥੇ ਇੰਡੀਆ ਦੇ ਵਿੱਚ ਰਹਿ ਕੀ ਗਿਆ? ਜੇ ਸਾਡਾ ਬਾਰਡਰ ਖੁੱਲ੍ਹ ਜੇ, ਇੱਦੋਂ ਤਾਂ ਮੈਂ ਕਹਿੰਦਾ ਕਿ ਜਿਹੜੀ ਸਾਡੀ ਪੁਰਾਣੀ ਇਤਿਹਾਸਿਕ ਲਾਹੌਰ ਦੀ ਹਾਈ ਕੋਰਟ ਹੈ ਪੰਜਾਬ ਦੀ, ਉੱਥੇ ਜਾ ਮਰੀਏ, ਇੱਥੇ ਸਾਨੂੰ ਇਨਸਾਫ ਮਿਲਦਾ ਹੀ ਨਹੀਂ। ਸੋ ਇਹ ਸਾਰੀਆਂ ਤਕਲੀਫਾਂ ਅਸੀਂ ਝੱਲ ਰਹੇ ਹਾਂ, ਅਤੇ 7-8 ਤਰੀਕ ਨੂੰ ਅਸੀਂ ਇੱਕ ਬਹੁਤ ਚੰਗਾ ਇਹ ਉੱਥੇ बड़ा ਵੱਡਾ ਇਕੱਠ ਕਰਕੇ ਫਿਰ ਤੋਂ ਦੱਸਣਾ ਚਾਹੁੰਦੇ ਹਾਂ ਕਿ ਮੋਦੀ ਸਾਹਿਬ ਤੁਸੀਂ ਉੱਠੋ, ਤੁਸੀਂ ਮੰਨੋ ਕਿ ਜਿਹੜੀ ਪੈਗਸਸ ਹੈ ਇਹ ਤੁਸੀਂ ਕਰਾਇਆ, ਇਹ ਤੁਸੀਂ ਜੰਤਰ ਇਜ਼ਰਾਈਲ ਤੋਂ ਲਏ ਹੈ। ਕਿਉਂ ਕਰਕੇ ਇਜ਼ਰਾਈਲ ਨੇ ਕਿਹਾ ਕਿ ਅਸੀਂ ਆਪਣੇ ਦੋਸਤਾਨਾ ਮੁਲਕਾਂ ਨੂੰ ਇਹ ਜੰਤਰ ਦਿੱਤੇ ਹੈ, ਉਹਨਾਂ ਦੀ ਮਿਲਟਰੀ ਅਤੇ ਇੰਟੈਲੀਜੈਂਸ ਸਰਵਿਸਿਜ਼ ਨੂੰ। ਹੁਣ ਜਦੋਂ ਤੁਹਾਡੇ ਕੋਲ ਇਹੋ ਜਿਹੇ ਜੰਤਰ ਸੀਗੇ, ਤੁਹਾਡੀ ਇੰਟੈਲੀਜੈਂਸ ਸਰਵਿਸ ਅਤੇ ਮਿਲਟਰੀ ਜਨਰਲ ਰਾਵਤ ਸਾਹਿਬ ਨੂੰ, IB ਦੇ ਡਾਇਰੈਕਟਰ ਨੂੰ, ਰॉ ਦੇ ਡਾਇਰੈਕਟਰ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਚੀਨੀਆਂ ਨੇ ਲੱਦਾਖ ਦੇ ਵਿੱਚ ਅਟੈਕ ਕਰਨਾ ਹੈ? ਅੱਜ ਚੀਨ 800 ਕਿਲੋਮੀਟਰ ਸਕੁਅਰ ਕਿਲੋਮੀਟਰਸ ਲੱਦਾਖ ਇੰਡੀਆ ਦੀ ਧਰਤੀ ਦੱਬੀ ਬੈਠਾ ਹੈ। ਜੇ ਤੁਹਾਡੇ ਕੋਲ ਜੰਤਰ ਸੀਗੇ, ਜੇ ਇਹਨਾਂ ਨੇ ਤੁਹਾਨੂੰ ਜਰਨੈਲ ਸਾਹਿਬ ਨੇ, ਡਾਇਰੈਕਟਰਾਂ ਨੇ ਉਸ ਵੇਲੇ ਇਨਫੋਰਮੇਸ਼ਨ ਨਹੀਂ ਦਿੱਤੀ, ਫਿਰ ਡਾਇਰੈਕਟਰ ਰॉ ਅਤੇ ਡਾਇਰੈਕਟਰ IB ਅਤੇ ਜਨਰਲ ਰਾਵਤ ਸਿੰਘ ਨੂੰ ਤੁਸੀਂ ਰਿਟਾਇਰਮੈਂਟ ਤੋਂ ਬਾਅਦ 1-1 ਸਾਲ ਦੀ ਸਰਵਿਸ ਦੇ ਵਿੱਚ ਐਕਸਟੈਂਸ਼ਨ ਕਿਉਂ ਦਿੱਤੀ ਹੈ? ਇਹ ਅਸੀਂ ਪੁੱਛਣਾ ਚਾਹੁੰਦੇ ਹਾਂ। ਜਿਹੜੇ ਕੈਬਨਿਟ ਸੈਕਟਰੀ ਹੈ ਅਤੇ ਯੂਨੀਅਨ ਦੇ ਹੋਮ ਸੈਕਟਰੀ ਹੈ, ਉਹਨਾਂ ਸਾਰਿਆਂ ਨੂੰ ਪਤਾ ਹੈਗਾ। ਅਤੇ ਸੁਪਰੀਮ ਕੋਰਟ ਨੂੰ ਜੇ ਯੂਨੀਅਨ ਦਾ ਹੋਮ ਸੈਕਟਰੀ ਅਤੇ ਕੈਬਨਿਟ ਸੈਕਟਰੀ ਪਹਿਲੇ ਸੱਟੇ ਸੁਪਰੀਮ ਕੋਰਟ ਬੁਲਾ ਲੇ ਅਤੇ ਪੁੱਛੇ ਕਿ ਦੱਸੋ ਤੁਸੀਂ ਕਿੰਨੇ ਪੈਸੇ ਸਰਕਾਰੀ ਇਜ਼ਰਾਈਲ ਦੀ ਫਰਮ ਨੂੰ ਦਿੱਤੇ ਹੈ ਇਹ ਜੰਤਰ
ਖਰੀਦਣ ਦੇ ਲਈ ਤੇ ਗੱਲ ਕਲੀਅਰ ਹੋ ਜੂਗੀ। ਇਹਦੇ 'ਚ ਕੀ ਗੱਲ ਹੈ? ਤੁਸੀਂ ਸਾਰੇ ਜਰਨਲਿਸਟ ਹੋ, ਤੁਹਾਨੂੰ ਤੁਹਾਡੇ ਟੈਲੀਫੋਨ ਟੈਪ ਹੋ ਰਹੇ ਹੈ, ਤੁਹਾਨੂੰ ਵੀ ਦਰਦ ਹੋਣੀ ਚਾਹੀਦੀ ਹੈ। ਸਾਡੇ ਪਹਿਰੇਦਾਰ ਦੇ ਐਡੀਟਰ ਸਾਹਿਬ, ਉਹ ਤਾਂ ਅਖਬਾਰਾਂ 'ਚ ਵੀ ਆ ਗਿਆ ਕਿ ਉਹਨਾਂ ਦਾ ਟੈਪ ਹੁੰਦਾ ਸੀਗਾ। ਹੁਣ ਕਸਰ ਕੀ ਰਹਿ ਗਈ ਹੈ ਕਿ ਇਹ ਜਿਹੜੀ ਸਰਕਾਰ ਹੈ, ਇਹ ਕੱਟੜਵਾਦੀ ਹਿੰਦੂਤਵਾਦੀ ਸਰਕਾਰ ਹੈ। ਇਹ ਉਸ ਤਰ੍ਹਾਂ ਚੱਲ ਰਹੀ ਹੈ ਜਿਵੇਂ ਨਾਜ਼ੀ ਜਰਮਨੀ ਚੱਲਦਾ ਸੀਗਾ। ਨਾਜ਼ੀ ਜਰਮਨੀ ਦਾ ਜਿਹੜਾ ਉਹਦਾ ਨਿਸ਼ਾਨ ਸੀ ਉਹ ਸਵਾਸਤਕਾ ਸੀ, ਅਤੇ BJP ਅਤੇ RSS ਦਾ ਨਿਸ਼ਾਨ ਸਵਾਸਤਕਾ ਹੈ। ਅਤੇ ਦੋਨੋਂ ਇਕੱਠੇ ਹੈ, ਕਿੱਧਰ ਨੂੰ ਦੇਸ਼ ਲੈ ਕੇ ਜਾ ਰਹੇ ਹੈ। ਤਾਂ ਮੇਰਾ ਮਤਲਬ ਹੈ ਟ੍ਰਿਬਿਊਨ ਹੈ, ਇੰਡੀਅਨ ਐਕਸਪ੍ਰੈਸ ਹੈ, ਹਿੰਦੁਸਤਾਨ ਟਾਈਮਸ ਹੈ, ਟਾਈਮਸ ਆਫ ਇੰਡੀਆ ਹੈ, ਇਹਨਾਂ ਨੇ ਤਾਂ ਮੇਰੀ ਗੱਲ ਬੋਇਕੋਟ ਕੀਤੀ ਹੈ ਕਿ ਸਿਮਰਨਜੀਤ ਸਿੰਘ ਮਾਨ ਦੀ ਗੱਲ ਜੇ ਛਾਪੀ, ਅਸੀਂ ਖਾਲਿਸਤਾਨ ਨੂੰ ਆਕਸੀਜਨ ਦੇ ਰਹੇ। ਤਾਂ ਫਿਰ ਮੇਰਾ ਮਤਲਬ ਹੈ ਕਿ ਫਿਰ ਅਖਬਾਰਾਂ ਦੀ ਫਰੀडम ਕਿੱਥੇ ਹੈ? ਕਿੱਥੇ ਫਰੀ ਪ੍ਰੈਸ ਰਹਿ ਗਈ ਹੈ? ਫਰੀ ਪ੍ਰੈਸ ਵੀ ਮਾਰੀ ਗਈ ਹੈ। ਤਾਂ ਇਹ ਮੈਂ ਬੋਲ ਰਿਹਾ ਤਕਲੀਫ ਦੇ ਨਾਲ ਕਿ ਸਾਡੇ ਕੋਲ ਤਾਂ ਆਜ਼ਾਦੀ ਹੈ ਹੀ ਨਹੀਂ, ਅਤੇ ਸਵਾ ਇਹ ਦਾ ਫੈਸਲਾ ਕਰਨਗੇ। ਹੁਣ ਜੇ ਕਹਿੰਦੇ ਹੈ ਕਿ SIT ਬਣਾਓ ਪੈਗਸਸ ਦੀ ਇਨਵੈਸਟੀਗੇਸ਼ਨ ਦੀ, ਸਾਰੇ ਤਾਂ ਪੁਲਿਸ ਦੇ ਹੈਗੇ ਹੈ। IB ਦੇ ਵਿੱਚ ਪੁਲਿਸ ਹੈ, ਰॉ ਦੇ ਵਿੱਚ ਪੁਲਿਸ ਹੈ, CBI 'ਚ ਪੁਲਿਸ ਹੈ, ਸਾਰਿਆਂ ਮਹਿਕਮਿਆਂ ਦੇ ਵਿੱਚ ਤਾਂ ਪੁਲਿਸ ਹੈ। ਅਤੇ ਪੁਲਿਸ ਆਪਣੀ ਤਫਤੀਸ਼ ਥੋੜ੍ਹੀ ਕਰੂਗੀ ਜਿੰਨਾ ਚਿਰ ਸੁਪਰੀਮ ਕੋਰਟ ਇੱਕ ਤਕੜੇ ਵਕੀਲਾਂ ਦਾ ਪੈਨਲ ਨਹੀਂ ਬਣਾਉਂਦਾ, ਜਾਂ ਰਿਟਾਇਰਡ ਜੱਜਿਸ ਦਾ ਜਿਹੜੇ ਇਮਾਨਦਾਰ ਹੈ। ਮੈਂ ਸਮਝਦਾ ਉਹ ਵੀ ਬਹੁਤ ਮੁਸ਼ਕਿਲ ਨਾਲ ਲੱਭਣਗੇ, ਜੋ ਕਰਕੇ ਗੋਈ ਸਾਹਿਬ ਨੇ ਵੀ ਰਿਸ਼ਵਤ ਖਾ ਕੇ ਫੈਸਲਾ ਬਬਰੀ ਮਸਜਿਦ ਅਤੇ ਟੈਂਪਲ ਦਾ ਕੀਤਾ ਹੈ, ਅਤੇ ਹੁਣ ਬੈਠੇ ਹੈ ਪਾਰਲੀਮੈਂਟ ਦੇ ਵਿੱਚ, ਉੱਥੇ ਬੁੱਧਾ ਬਣ ਕੇ ਬੈਠੇ ਹੈ। ਇੱਕ ਗੱਲ ਨਹੀਂ ਕੀਤੀ ਗੋਈ ਸਾਹਿਬ ਨੇ। ਸੋ ਮੇਰੀ ਪ੍ਰੈਸ ਕਾਨਫਰੰਸ ਖਤਮ ਹੈ। ਤੁਸੀਂ ਹੁਣ ਸਵਾਲ ਪੁੱਛ ਸਕਦੇ ਹੋ। ਤੁਹਾਨੂੰ ਸਾਰਾ ਕੁਛ ਦਿਲ ਦੀ ਤਕਲੀਫ, ਇੰਡੀਆ ਦੀ ਤਕਲੀਫ, ਸਿੱਖਾਂ ਦੀ ਤਕਲੀਫ ਮੈਂ ਤੁਹਾਡੇ ਅੱਗੇ ਰੱਖਤੀ। ਮਾਨ ਸਾਹਿਬ, ਜਿਹੜੇ ਮੰਤਰੀਆਂ ਤੇ ਵਿਧਾਇਕਾਂ ਨੇ ਚਿੱਠੀ ਲਿਖੀ ਹੈ ਜੀ ਮਾਨ ਸਾਹਿਬ ਨੂੰ, ਉਹਦੇ ਵਿੱਚ ਲਿਖਿਆ ਹੈ ਡਿਕਟੇਟਰ ਬਰਗਾੜੀ ਮੋਰਚਾ। ਇੱਕ ਡਿਕਟੇਟਰ ਸ਼ਬਦ ਯੂਜ਼ ਕੀਤਾ ਗਿਆ ਉਹਨਾਂ ਨੂੰ, ਅਤੇ ਫਿਰ ਉਸ 'ਤੇ ਤੁਸੀਂ ਕਿਵੇਂ ਦੇਖਦੇ ਹੋ? ਕਿਹਨੇ? ਵਜ਼ੀਰਾਂ ਨੇ ਜਿਹੜਾ ਲੈਟਰ ਲਿਖਿਆ ਉਹਦੇ ਵਿੱਚ ਲਿਖਿਆ ਡਿਕਟੇਟਰ ਬਰਗਾੜੀ ਮੋਰਚਾ, ਭਾਈ ਧਿਆਨ ਸਿੰਘ ਮੰਡ। ਜੇ ਉਹਨਾਂ ਨੇ ਲਿਖਿਆ ਹੈ, ਡਿਕਟੇਟਰ ਦੇ ਸਾਹਮਣੇ ਤਾਂ ਲੋਕ ਲੰਬੇ ਪੈ ਜਾਂਦੇ ਆ, ਫਿਰ ਆ ਕੇ ਪੈ ਜਾਣ ਉਹਦੇ ਡਿਕਟੇਟਰ ਦੇ ਅੱਗੇ। ਦੱਸੋ, ਡਿਕਟੇਟਰ ਦੇ ਅੱਗੇ ਤਾਂ ਲੋਕ ਲੰਬੇ ਪੈ ਜਾਂਦੇ ਹੈ, ਡੰਡੋਤ ਕਰਦੇ ਆ, ਆ ਕੇ ਪੈ ਜਾਣ। ਨਹੀਂ, ਫਿਰ ਉਹਨਾਂ ਦਾ ਅਸਤੀਫਾ ਮੰਗਦੇ ਹੋ ਜੀ? ਜਿਵੇਂ ਹੁਣ ਉਹ ਆਪਣੀ ਗੱਲ ਨੂੰ ਮੰਨ ਰਹੇ ਆ ਵੀ ਅਸੀਂ ਫੇਲ ਹੋ ਗਏ, ਵਾਅਦੇ ਪੂਰੇ ਨਹੀਂ ਕਰ ਸਕੇ। ਇਹ ਤਾਂ ਉਹਨਾਂ ਦੀ ਜ਼ਮੀਰ ਉਹਨਾਂ ਨੂੰ ਤੁੰਗਦੀ ਹੈ। ਉਹ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦੇ, ਨਾ ਕੈਪਟਨ ਸਾਹਿਬ ਕਰ ਸਕਦੇ, ਨਾ ਹੀ ਇਹ ਸਾਰੇ ਕਰ ਸਕਦੇ। ਨਾਲੇ ਉਹ ਤਾਂ ਇਹ ਵੀ ਕਹਿ ਰਹੇ ਆ ਵੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਕਿਸੇ ਨੇ ਮਾਨਤਾ ਵੀ ਨਹੀਂ ਦਿੱਤੀ ਵੀ ਤੁਸੀਂ ਜਥੇਦਾਰ ਹੋ, ਫਿਰ ਅਸੀਂ ਤੁਹਾਡੇ ਕੋਲੇ ਕਿਉਂ ਆਈਏ? ਤੁਸੀਂ ਤਲਬ ਕੀਤਾ ਸਾਨੂੰ। ਠੀਕ ਹੈ, ਫਿਰ ਉਹਨੂੰ ਚਿੱਠੀ ਕਿਉਂ ਲਿਖੀ? ਇਹ ਵੀ ਹੈ। ਫਿਰ ਉਹਨੂੰ ਚਿੱਠੀ ਕਿਉਂ ਲਿਖੀ? ਇਹੋ ਜਿਹੇ ਬੁੱਕ ਆਦਮੀ ਮੈਂ ਕਦੇ ਦੇਖਣੇ ਤਾਂ ਹੈ। ਤੁਹਾਡੇ ਰੋਜ਼ ਪੇਸ਼ ਹੁੰਦੇ ਆ, ਤੁਸੀਂ ਪੁੱਛ ਲਿਆ ਕਰੋ ਕਿ ਤੁਹਾਡੀ ਅਕਲ ਇੱਥੇ ਹੈ ਕਿ ਗਿੱਟੇ ਇੱਥੇ? ਮਾਨ ਸਾਹਿਬ, ਮੇਨ ਕਾਰਨ ਕੀ ਹੈ ਕਿ SIT ਇੰਨਾ ਲੰਮਾ ਸਮਾਂ ਲੈ ਰਹੀ ਹੈ? ਫਿਰ ਜਦੋਂ ਖੱਟੜਾ ਸਾਹਿਬ ਸੇਵਾ ਮੁਕਤ ਹੋ ਜਾਂਦੇ ਤਾਂ ਉਹ ਇਹੋ ਜਿਹੀਆਂ ਗੱਲਾਂ ਕਰਦੇ ਹੈ। ਫਿਰ ਜਿਵੇਂ ਕਿ ਉਹ ਮੁੰਡਿਆਂ ਦੇ ਕਿਹਾ ਜੀ ਲੇਖਿਆਂ ਦੇ ਵਿੱਚੋਂ ਗੁਰੂ ਸਾਹਿਬ ਦੇ ਅੰਗ ਕਢਾਏ, ਟੌਰਚਰ ਕੀਤਾ, ਸਾਰਾ ਕੁਛ ਉਹ ਚੀਜ਼ਾਂ ਮੰਨ ਜਾਂਦੇ ਹੈ। ਅਤੇ ਇਹ ਜਿਹੜਾ ਸਾਰਾ ਮਸਲਾ ਹੈ ਨੇਪਰੇ ਕਿਉਂ ਨਹੀਂ ਚੱਲ ਰਿਹਾ? ਇਹ ਕਾਰਨ ਕੀ ਹੈ ਕਿ ਇਹਦਾ ਰੀਜ਼ਨ ਕੀ, ਹੋਰ ਪੜਤਾਲ ਕੀ ਕਰਦੇ ਹੋ ਕਿ ਅੱਜ ਉਹ ਇੱਧਰ ਬੋਲ ਰਿਹਾ, ਹੁਣ ਅਕਾਲੀ ਦਲ ਬੋਲਦੇ, ਸਟੇਜ ਤੋਂ ਬੋਲ ਰਿਹਾ, ਹੁਣ ਕਿਵੇਂ ਬੋਲ ਰਹੇ ਨੇ? ਧੰਨਵਾਦ ਸਾਹਿਬ, ਮੈਂ ਤੁਹਾਨੂੰ ਸ਼ੁਰੂ 'ਚ ਕਹਿਤਾ ਕਿ ਅਸੀਂ ਗੁਲਾਮ ਹੈ। ਜਿਹੜੀਆਂ ਗੁਲਾਮ ਕੌਮਾਂ ਹੁੰਦੀਆਂ ਉਹਨਾਂ ਦੇ ਮਜ਼ਹਬ ਦੀ ਇੱਜ਼ਤ ਨਹੀਂ ਹੁੰਦੀ। ਹਿੰਦੂ ਨੂੰ ਤਕਲੀਫ ਹੈ। ਦੇਖੋ, ਪਾਕਿਸਤਾਨ ਦਾ ਹਾਈ ਕਮਿਸ਼ਨਰ ਸਫੀਰ ਆਪਣੇ ਕਮਰੇ ਦੇ ਵਿੱਚ ਸਾਊਥ ਬਲਾਕ 'ਚ ਬੁਲਾ ਕੇ ਉਹਨੂੰ ਕਿਹਾ ਕਿ ਤੇਰੇ ਮੁਲਕ ਦੇ ਵਿੱਚ ਰਿਲੀਜੀਅਸ ਫਰੀडम, ਧਾਰਮਿਕ ਆਜ਼ਾਦੀ ਨਹੀਂ ਹੈ।
ਜੇ ਉਹ ਆਪਣੀ ਪੀੜ੍ਹੀ ਥੱਲੇ ਫੇਰਨ ਸੋਟਾ ਤੇ ਉਹਨਾਂ ਦੇ ਦੇਸ਼ ਦੇ ਵਿੱਚ ਕਿੱਥੇ ਹੈ ਫਰੀडम। ਸਾਨੂੰ ਜੇ ਫਰੀडम ਹੁੰਦੀ ਇਹ ਕੇਸ ਨਿਪਟ ਜਾਣਾ ਸੀ ਉਦੋਂ ਹੀ, ਪਰ ਨਹੀਂ ਹੈਗੀ। ਸਿੱਖ ਗੁਲਾਮ ਹੈ, ਮੁਸਲਮਾਨ ਗੁਲਾਮ ਹੈ। ਕਸ਼ਮੀਰ ਦੇ ਵਿੱਚ ਕੀ ਹੋ ਰਿਹਾ, ਉਹਨਾਂ ਦੀ ਕੌਨਸਟੀਟਿਊਸ਼ਨ, ਉਹਨਾਂ ਦੀ ਆਟੋਨਮੀ ਖੁਦ ਮੁਖਤਿਆਰੀ ਤੋੜ ਕੇ ਖਤਮ ਕਰਤੀ। ਉਹਨਾਂ ਦੇ ਸੂਬੇ ਨੂੰ ਯੂਨੀਅਨ ਟੈਰੀਟਰੀ ਬਣਾਤਾ। ਕਿਉਂ? ਉਹ ਮੁਸਲਮਾਨ ਨੇ। ਇਹ ਸਾਰਾ ਕੁਛ ਤੁਹਾਡੇ ਸਾਹਮਣੇ ਤਾਂ ਹੋ ਰਿਹਾ। ਹੁਣ ਮੈਂ ਬਿਲਕੁਲ ਤੁਹਾਡੇ ਨਾਲ ਦਿਲ ਖੋਲ੍ਹ ਕੇ ਅੱਜ ਗੱਲ ਕੀਤੀ ਹੈ ਪ੍ਰੈਸ ਦੀ ਕਿ ਹਿੰਦੂਤਵਾ ਦੇ ਰਾਜ ਦੇ ਵਿੱਚ ਸਿੱਖ ਨੂੰ ਇੱਜ਼ਤ ਤੇ ਇਨਸਾਫ ਨਹੀਂ ਮਿਲ ਸਕਦਾ। ਅੱਜ ਸੈਂਟਰ ਦੀ ਕੈਬਨਿਟ ਦੇ ਵਿੱਚ ਕੋਈ ਸਿੱਖ ਨਹੀਂ ਹੈ, ਇਲੈਕਸ਼ਨ ਕਮਿਸ਼ਨ ਦੇ ਵਿੱਚ ਕੋਈ ਸਿੱਖ ਨਹੀਂ ਹੈ, ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਨਹੀਂ ਹੈ, ਸਾਰੇ ਸੂਬਿਆਂ ਦੇ ਵਿੱਚ ਕੋਈ ਮਿਨਿਸਟਰ ਨਹੀਂ ਹੈ ਸਿੱਖ। ਸਾਨੂੰ ਤਾਂ ਬਿਲਕੁਲ ਲਾਂਭੇ ਕੀਤਾ ਗਿਆ ਹੈਗਾ ਬੀਜੇਪੀ, RSS ਤੇ ਕਾਂਗਰਸ ਨੇ। ਤੇ ਹੁਣ ਆਪ ਜਦੋਂ ਮਰਦੇ ਹੈ ਹੁਣ ਰੌਲਾ ਪਾਉਂਦੇ ਹੈ ਪੈਗਸਸ ਦਾ, ਤੇ ਇਹਨਾਂ ਨੇ ਪੈਗਸਸ ਵਾਲਾ ਨਹੀਂ ਕੀਤਾ ਦਰਬਾਰ ਸਾਹਿਬ ਦੇ ਉੱਤੇ ਅਟੈਕ। ਮਾਨ ਸਾਹਿਬ ਜਿਹੜਾ 34ਵਾਂ ਦਿਨ ਹੋ ਗਿਆ ਜੀ ਆਪਾਂ ਨੂੰ ਮੋਰਚੇ ਜਿਹੜੇ ਗ੍ਰਿਫਤਾਰੀ ਦੇ ਰਹੇ ਆ, ਇਹ ਫਿਰ ਹੁਣ 8 ਤੋਂ ਬਾਅਦ ਅੱਗੇ ਜਾਰੀ ਰਹੂਗਾ ਜਾਂ ਕੋਈ ਵੱਡੇ ਸੰਘਰਸ਼ ਦਾ ਐਲਾਨ ਹੋਊਗਾ ਜੀ? ਇਹ ਤਾਂ ਜੀ ਜਾਰੀ ਰਹੂਗਾ। ਅਸੀਂ ਇਹ ਗ੍ਰਿਫਤਾਰੀਆਂ ਦਿੰਦੇ ਜਾਵਾਂਗੇ। ਹਾਂ, ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਲੈ ਕੇ ਚੱਲਦੇ ਹੋ? ਅਸੀਂ ਖੜਾਂਗੇ ਜੀ। ਅਸੀਂ ਬਾਈਕਾਟ ਤਾਂ ਨਹੀਂ ਕਰਦੇ, ਅਸੀਂ ਖੜਾਂਗੇ, ਆਪਣੇ ਜ਼ੋਰ ਨਾਲ ਖੜਾਂਗੇ। ਜੋ ਅਸੀਂ ਕੰਮ ਕੀਤਾ ਅੱਜ ਤੱਕ ਗੁਲਾਮੀ ਦੇ ਖਿਲਾਫ ਇੱਕੋ ਇੱਕ ਪਾਰਟੀ ਖੜੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਇਸ ਇਸ਼ੂ ਦੇ ਉੱਤੇ ਅਸੀਂ ਖੜਾਂਗੇ। ਅੱਜ ਕਿਸਾਨਾਂ ਦਾ 7 ਮਹੀਨੇ ਹੋ ਗਏ ਵਿਚਾਰਿਆਂ ਨੂੰ ਦਿੱਲੀ ਬੈਠਿਆਂ। 500 ਕਿਸਾਨ ਤੇ ਖੇਤ ਮਜ਼ਦੂਰ ਆਪਣੀ ਜਾਨ ਦੇ ਚੁੱਕਿਆ, ਪਰ ਉੱਥੇ ਕਿਉਂ ਕਰਕੇ ਸਿੱਖ ਜ਼ਿਆਦਾ ਹੈਗੇ ਹੈ, ਉੱਥੇ ਇਹਦਾ ਫੈਸਲਾ ਮੋਦੀ ਸਾਹਿਬ ਨਹੀਂ ਕਰ ਰਹੇ, ਜਦ ਕਿ ਕੌਨਸਟੀਟਿਊਸ਼ਨ ਦੇ ਖਿਲਾਫ ਹੈ। ਜਿਹੜਾ ਐਗਰੀਕਲਚਰ ਹੈ, ਇਹ ਕੌਨਸਟੀਟਿਊਸ਼ਨ ਦੇ 3 ਹੁੰਦੇ ਹੈ ਸਬਜੈਕਟਸ। ਇੱਕ ਸਟੇਟ ਸਬਜੈਕਟ, ਖੇਤੀਬਾੜੀ ਸਟੇਟ ਸਬਜੈਕਟ ਹੈ। ਇੱਕ ਹੁੰਦੀ ਹੈ ਕੰਕਰੈਂਟ ਲਿਸਟ, ਜਿਹਦੇ ਉੱਤੇ ਸਟੇਟ ਵੀ ਕਾਨੂੰਨ ਬਣਾ ਸਕਦੀ ਹੈ ਅਤੇ ਸੈਂਟਰ ਵੀ ਬਣਾ ਸਕਦਾ ਹੈ। ਇੱਕ ਹੁੰਦੀ ਹੈ ਯੂਨੀਅਨ ਲਿਸਟ, ਜਿਹਦੇ 'ਤੇ ਸਿਰਫ ਸੈਂਟਰ ਕਾਨੂੰਨ ਬਣਾ ਸਕਦਾ ਹੈ। ਇਹ ਸਟੇਟ ਲਿਸਟ 'ਤੇ ਹੈ। ਅਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਕੈਪਟਨ ਸਾਹਿਬ ਆਪਣੀ ਸਾਰੀ ਅਸੈਂਬਲੀ ਨੂੰ ਕਿਉਂ ਨਹੀਂ ਬੁਲਾਉਂਦੇ ਅਤੇ ਅਸੈਂਬਲੀ ਦੇ ਵਿੱਚ ਮਤਾ ਪਾਸ ਕਰਨ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਕਬੂਲ ਨਹੀਂ ਕਰਦੇ, ਕਿਉਂ ਕਰਕੇ ਸੰਵਿਧਾਨ ਦੇ ਖਿਲਾਫ ਕਾਨੂੰਨ ਬਣੇ ਹੋਏ। ਮਾਨ ਸਾਹਿਬ ਤੁਸੀਂ ਕਿਹਾ ਵੀ 2022 'ਚ ਤੁਸੀਂ ਚੋਣ ਲੜੋਗੇ ਸਾਰੀ ਪਾਰਟੀ, ਕਿਉਂਕਿ ਕਿਸੇ ਦਾ ਗੱਠਜੋੜ ਵੀ ਹੋਊਗਾ ਕਿ ਇਕੱਲੇ ਲੜੋਗੇ? ਕੋਈ ਪਾਰਟੀ ਆਉਂਦੀ ਹੈ ਤੁਹਾਡੇ ਨਾਲ, ਕੋਈ ਕਹਿੰਦੀ ਹੈ ਵੀ ਉਹ ਮਨੰਗਣ ਨਾਲ ਕੋਈ ਗੱਠਜੋੜ ਕਰਦਾ ਹੁੰਦਾ। ਬੱਬਰ ਸ਼ੇਰ ਕਹਿੰਦੇ ਇਸ ਵਾਰ ਆਈ ਹੁੰਦੇ ਮਾਨ ਸਾਹਿਬ ਕੱਲ੍ਹ ਨੂੰ ਲੋਕ ਸਭਾ 'ਚ ਬਿੱਲ ਪਾਸ ਕੀਤਾ ਘੱਟ ਹਾਂਜੀ। ਤੇ ਮੰਤਰੀ ਹੈ ਬਿੱਲ ਪਾਸ ਹੋਇਆ ਲੋਕ ਸਭਾ 'ਚ ਦਿੱਲੀ ਦੰਗਿਆਂ ਨੂੰ ਲੈ ਕੇ। ਪਹਿਲਾਂ ਵੀ ਮੁੜ ਵਸੇਬੇ ਵਾਲੇ ਟਾਈਮ ਵੀ 3.5 ਲੱਖ ਰੁਪਇਆ ਤੈਅ ਕੀਤਾ ਸੀ, ਕੱਲ੍ਹ ਵਿੱਚ 1.5 ਲੱਖ ਰੁਪਏ ਦਾ ਵਾਅਦਾ ਕੀਤਾ ਜਿਹੜੇ ਉਸ ਦੌਰਾਨ ਸ਼ਹੀਦ ਹੋ ਗਏ ਉਹਨਾਂ ਪਰਿਵਾਰਾਂ ਨੂੰ। ਇਹ ਜਾਇਜ਼ ਹੈ ਜੀ? 3.5 ਤੋਂ 5 ਲੱਖ ਰੁਪਇਆ। ਚਲੋ ਜੀ, ਅਸੀਂ ਜਿਹੜੇ ਬੰਦਿਆਂ ਦਾ ਨੁਕਸਾਨ, ਜਿਨ੍ਹਾਂ ਨੇ ਕੁਰਬਾਨੀ ਦਿੱਤੀ ਹੈ, ਜਿਨ੍ਹਾਂ ਦੇ ਉੱਤੇ ਨਸਲਕੁਸ਼ੀ ਹੋਈ ਹੈ, ਉਹਨਾਂ ਦਾ ਮੁੱਲ ਤਾਂ ਅਸੀਂ ਪਾ ਨਹੀਂ ਸਕਦੇ। ਇਹ ਅਮੁੱਲ ਹੈ, ਪਰ ਬੇਇਨਸਾਫੀ ਤਾਂ ਸਮਝਣੀ ਚਾਹੀਦੀ ਹੈ। ਪਾਰਲੀਮੈਂਟ ਨੂੰ ਕਹਿਣਾ ਚਾਹੀਦਾ ਕਿ ਅਸੀਂ ਜੈਨੋਸਾਈਡ ਕੀਤੀ ਹੈ। ਇਹ ਤਾਂ ਮੰਨਣਾ ਚਾਹੀਦਾ ਜੇ ਸਿੱਖਾਂ ਦੇ ਨੂੰ ਨਾਲ ਲੈ ਕੇ ਚੱਲਣਾ ਹੈ। ਅਕਸਰ ਜੇ ਤੁਹਾਡੀ ਹਾਕੀ ਟੀਮ ਜਿੱਤੀ ਹੈ, ਚਲੋ ਬ੍ਰੌਂਜ਼ ਮੈਡਲ, ਉਹਦੇ ਵਿੱਚ ਵੀ ਤਾਂ 5 ਸਿੱਖ ਸੀਗੇ ਜੀ। ਜੇ ਚੀਨੀਆਂ ਨਾਲ ਮੁਕਾਬਲਾ ਕੀਤਾ 20 ਜਵਾਨਾਂ ਨੇ, ਉਹਦੇ ਵਿੱਚ 4 ਸਿੱਖ ਸ਼ਹੀਦ ਹੋਏ ਹੈ। ਲਦਾਖ ਦੇ ਵਿੱਚ ਸਿੱਖਾਂ ਤੋਂ ਬਗੈਰ ਤੁਹਾਡਾ ਮੁਲਕ ਨਹੀਂ ਚੱਲ ਸਕਦਾ ਹੈਗਾ। ਅਤੇ ਪੈਸਿਆਂ ਦੇ ਨਾਲ ਸਾਡੀ ਕੀਮਤ ਨਾ ਪਾਓ ਕਿ 3 ਲੱਖ ਦੇਤਾ, 5 ਲੱਖ ਦੇਤਾ। ਸਾਨੂੰ ਇਨਸਾਫ ਨਹੀਂ ਮਿਲਿਆ। ਅਸੀਂ ਪੈਸਿਆਂ 'ਚ ਨਹੀਂ ਲੈਣਾ ਚਾਹੁੰਦੇ। ਅਸੀਂ ਕਾਨੂੰਨ ਦੇ ਮੁਤਾਬਕ, ਜਿਹੜੀ ਜੈਨੋਸਾਈਡ ਦਾ ਕਾਨੂੰਨ ਹੈ, ਉਹਦੇ ਮੁਤਾਬਕ ਅਸੀਂ ਇਨਸਾਫ ਮੰਗਦੇ ਹਾਂ। ਵੱਡਾ ਇਕੱਠ ਕਰ ਰਹੇ ਹੈ ਕਿਉਂ ਕਰਕੇ ਬਰਗਾੜੀ ਦੇ ਵਿੱਚ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ ਹੈ, 2 ਸਿੰਘ ਸ਼ਹੀਦ ਕੀਤੇ ਗਏ ਹੈ ਕੋਟ
ਛੋਟੇ ਦੇ ਉੱਤੇ ਬੇਗੁਨਾਹ ਸਿੱਖਾਂ ਤੇ ਗੋਲੀ ਚੱਲੀ ਹੈ, ਉਹਨੂੰ 6 ਸਾਲ ਹੋ ਗਏ ਹੈ ਤੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਇਸ ਕਰਕੇ ਅਸੀਂ ਬਹੁਤ ਵੱਡਾ ਮੁਜ਼ਾਹਰਾ ਕਰ ਰਹੇ ਹਾਂ, ਪਰ ਸਿੱਖਾਂ ਦੇ ਕੋਲੇ ਹਕੂਮਤ ਨਹੀਂ ਹੈ। ਜੇ ਹਿੰਦੂ ਦੇ ਕੋਲੇ ਹਕੂਮਤ ਹੈ ਤੇ ਪਾਕਿਸਤਾਨ ਦੇ ਵਿੱਚ ਗਣੇਸ਼ ਜੀ ਦੇ ਮੰਦਿਰ ਦੇ ਉੱਤੇ ਪਰਸੋਂ ਹਮਲਾ ਹੋਇਆ ਹੈ ਤੇ ਇੰਡੀਆ ਨੇ ਪਾਕਿਸਤਾਨ ਦਾ ਸਫੀਰ ਜਿਹੜਾ ਦਿੱਲੀ 'ਚ ਹੈ ਉਸ ਨੂੰ ਫੋਰਨ ਆਫਿਸ ਦੇ ਵਿੱਚ ਆਪਣੀ ਵਿਦੇਸ਼ੀ ਵਜ਼ਾਰਤ ਦੇ ਵਿੱਚ ਬੁਲਾਇਆ ਹੈ ਤੇ ਉਹਨਾਂ ਨੂੰ ਕਿਹਾ ਹੈ ਕਿ ਅਸੀਂ ਤੁਹਾਡੇ ਨਾਲ ਬੜਾ ਦੁੱਖ ਪੇਸ਼ ਕਰ ਰਹੇ ਹਾਂ ਕਿ ਤੁਹਾਡੇ ਮੁਲਕ ਦੇ ਵਿੱਚ ਧਰਮ ਦੀ ਆਜ਼ਾਦੀ ਨਹੀਂ ਹੈ। ਮੈਨੂੰ ਇੰਡੀਆ ਦੱਸਦੇ ਕਿ ਧਰਮ ਦੀ ਆਜ਼ਾਦੀ ਇੱਥੇ ਹੈਗੀ ਹੈ ਸਿੱਖਾਂ ਦੇ ਲਈ, ਕਿ 6 ਸਾਲ ਹੋ ਗਏ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਅਜੇ ਤੱਕ ਅਸੀਂ ਧਰਨਿਆਂ 'ਤੇ ਬੈਠੇ ਹਾਂ। ਸਾਨੂੰ 34 ਦਿਨ ਹੋ ਗਏ ਉੱਥੇ ਬੈਠਿਆਂ ਨੂੰ, ਰੋਜ਼ ਅਸੀਂ ਗ੍ਰਿਫਤਾਰੀਆਂ ਦਿੰਦੇ ਹਾਂ। ਪਰਸੋਂ ਅਸੀਂ ਵੱਡਾ ਮੁਜ਼ਾਹਰਾ ਕਰ ਰਹੇ ਹਾਂ ਕਿ ਫਿਰ ਇੰਡੀਆ ਦੇਖੇ ਕਿ ਅਸੀਂ ਅਮਨ ਪਸੰਦ ਤਰੀਕੇ ਨਾਲ ਰਹਿਣਾ ਚਾਹੁੰਦੇ ਹਾਂ, ਪਰ ਸਾਨੂੰ ਤੁਸੀਂ ਤੰਗ ਨਾ ਕਰੋ। ਮਾਸਟਰ ਜੀ ਤੁਸੀਂ 8 ਤਰੀਕ ਦਾ ਕਹਿ ਰਹੇ ਹੋ ਤੇ ਕੱਟ ਕਰ ਰਹੇ ਹੋ, ਸਾਰੇ ਸਿੱਖ ਜਥੇਬੰਦੀਆਂ ਨੂੰ ਅਪੀਲ ਕਰ ਰਹੇ ਹੋ, ਸਾਰੇ ਸਿੱਖ ਜਥੇਬੰਦੀਆਂ ਹੋਣਗੇ ਸਾਰਿਆਂ ਨੂੰ ਜੀ, ਸਾਰਿਆਂ ਨੂੰ, ਤੁਹਾਨੂੰ ਵੀ ਅਪੀਲ ਕਰ ਰਹੇ ਹਾਂ ਕਿ ਤੁਸੀਂ ਵੀ ਆਇਓ, ਸਾਰੇ ਆਉਣ ਉੱਥੇ। ਕਿਉਂ ਕਰਕੇ ਧਰਮ ਦਾ, ਜੇ ਸਿੱਖ ਅੱਜ ਇੰਡੀਆ ਦਾ ਹਿੱਸਾ ਹੈ ਫਿਰ ਤਦੇ ਇੰਡੀਆ ਨੇ ਪਾਕਿਸਤਾਨ ਦਾ ਸਫੀਰ ਜਦੋਂ ਗਣੇਸ਼ ਜੀ ਦਾ ਮੰਦਿਰ ਤੋੜਿਆ ਗਿਆ ਉਹਨੂੰ ਬੁਲਾਇਆ ਤੇ ਫਿਰ ਹਿੰਦੂਆਂ ਨੂੰ ਵੀ ਉਸੇ ਸ਼ਕਲ ਦੇ ਵਿੱਚ ਬਰਗਾੜੀ ਸਾਡੇ ਦੁੱਖ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ, ਸ਼ਰੀਕ ਹੋਵੋ। ਅੱਛਾ ਜੀ, ਮਾਨ ਸਾਹਿਬ ਇਲੈਕਸ਼ਨ ਜਿਹੜੀ 2022 ਦੇ ਵਿੱਚ ਇਲੈਕਸ਼ਨ ਹੋ ਰਹੀ ਹੈ, ਮਾਨ ਸਾਹਿਬ ਆਪਣੀ ਪਾਰਟੀ ਦੀ ਤਰਫੋਂ ਕਦੋਂ ਤੁਸੀਂ ਆਪਣੇ ਉਮੀਦਵਾਰ ਐਲਾਨ ਕਰੋਗੇ, ਤੁਸੀਂ ਚੋਣ ਲੜੋਗੇ ਇਹਦੇ ਬਾਰੇ ਦੱਸੋ। ਦੇਖੋ, ਜਦੋਂ ਦਾ ਮੈਂ ਫੀਲਡ 'ਚ ਹੈਗਾ, ਮੈਂ ਤਾਂ ਇੱਥੇ ਪਿੰਡਾਂ 'ਚ ਜਾ ਰਹੇ ਹਾਂ, ਮੈਨੂੰ ਬਹੁਤ ਸਮਝ ਆ ਰਹੀ ਹੈ ਕਿ ਕਿਹੜਾ ਕਿਹੜਾ ਕੈਂਡੀਡੇਟ ਇੱਥੇ ਲੜ ਸਕਦਾ ਹੈ ਤੇ ਆਮ ਆਦਮੀ ਪਾਰਟੀ ਕਾਂਗਰਸ ਤੇ ਬਾਦਲ ਤੇ ਬੀਜੇਪੀ ਨੂੰ ਹਰਾ ਰਿਹਾ ਹੈ। ਤੋਂ ਅਸੀਂ ਦੇਖੀ ਜਾਂਦੇ ਹਾਂ, ਸਿਲੈਕਟ ਕਰੀ ਜਾਂਦੇ ਹਾਂ, ਅਨਾਊਂਸ ਇੱਕ ਦਿਨ ਕਰ ਦੇਵਾਂਗੇ। ਇਕੱਲੇ ਲੜੋਗੇ ਚੋਣ ਜੀ ਕਿ ਨਾਲ ਗੱਠਜੋੜ ਕੇ? ਦੇਖੋ, ਜਿਹੜਾ ਇਹ ਪਾਰਟੀਆਂ ਸਮਝਦੀਆਂ ਕਿ ਇੰਡੀਆ ਦੇ ਵਿੱਚ ਇਨਸਾਫ ਹੈ, ਘੱਟ ਗਿਣਤੀਆਂ ਨੂੰ ਮਿਲਦਾ, ਉਹਨਾਂ ਦੇ ਨਾਲ ਤਾਂ ਅਸੀਂ ਨਹੀਂ ਲੜ ਸਕਦੇ। ਪਰ ਜਿਹੜੀਆਂ ਪਾਰਟੀਆਂ ਕਹਿਣਗੀਆਂ ਕਿ ਇੰਡੀਆ ਦੇ ਵਿੱਚ ਇਨਸਾਫ ਘੱਟ ਗਿਣਤੀ ਮੁਸਲਮਾਨ, ਸਿੱਖਾਂ, ਜੈਨੀਆਂ ਨੂੰ ਨਹੀਂ ਮਿਲਦਾ, ਉਹ ਸਾਡੇ ਨਾਲ ਆ ਸਕਦਾ।